ਆਪ ਜੀ ਸੁਣ ਰਹੇ ਹੋ ਕਿਤਾਬ ਸੱਚ ਦੀ ਭਾਲ ਵਿੱਚ, ਜਿਸ ਦੇ ਲੇਖਕ ਹਨ ਡਾਕਟਰ ਦਲਜੀਤ ਸਿੰਘ। 7ਵੇਂ ਭਾਗ ਵਿੱਚ ਸੁਣੋ ਇੱਕ ਇਤਿਹਾਸਕ ਡਾਇਰੀ ਦਾ ਸੱਚ ਜੋ ਨਕਲੀ ਸੀ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਅੰਦਰ ਇੱਕ ਬੀਬੀ ਹੈਰੀਅਟ ਸਟੋਈ ਨੇ ਕਿਤਾਬ ਲਿਖੀ, ਅੰਕਲ ਟੌਮ ਦਾ ਕੈਬਿਨ। ਲਿਖੀ ਤਾਂ ਉਸਨੇ ਸ਼ਾਇਦ ਬੜੀਆਂ ਉੱਚੀਆਂ ਭਾਵਨਾਵਾਂ ਨਾਲ ਸੀ, ਪਰ ਹੋ ਅਨਰਥ ਗਿਆ। ਇਹ ਕਿਤਾਬ ਬੇਅੰਤ ਪੜ੍ਹੀ ਗਈ ਅਤੇ ਹਰ ਪਾਸੇ ਭਾਵਨਾਵਾਂ ਦੇ ਭਾਂਬੜ ਬਾਲਦੀ ਗਈ। ਭਰਾ ਦੇ, ਪਿਤਾ ਪੁੱਤਰ ਦੇ ਦੁਸ਼ਮਣ ਹੋ ਗਏ। ਅਮਰੀਕਾ ਦੇ ਇਤਿਹਾਸ ਅੰਦਰ ਇੱਕ ਨਹਾਇਤ ਖੂਨੀ ਜੰਗ ਹੋਈ। ਜੇ ਕਿਤਾਬ ਅੰਦਰ ਭਾਵਨਾਵਾਂ ਜਗਾਉਣ ਦੀ ਥਾਂ ਦਲੀਲ ਤੋਂ ਕੰਮ ਲਿਆ ਗਿਆ ਹੁੰਦਾ ਤਾਂ ਸਾਰਾ ਮਾਮਲਾ ਸ਼ਾਂਤੀ ਨਾਲ ਨਜਿੱਠਿਆ ਜਾਣਾ ਸੀ। 1863 ਵਿੱਚ ਹੈਰੀਅਟ ਦੀ ਮੁਲਾਕਾਤ ਅਬਰਾਹਮ ਲਿੰਕਨ ਨਾਲ ਹੋਈ। ਉਸ ਨੇ ਆਪ ਲਿੰਕਨ ਦੇ ਸ਼ਬਦ ਇੰਜ ਲਿਖੇ ਹਨ, ਸੋ ਤੂੰ ਹੀ ਹੈ ਉਹ ਨਿੱਕੀ ਜਿਹੀ ਔਰਤ ਜਿਸ ਦੀ ਕਿਤਾਬ ਨੇ ਏਡੀ ਵੱਡੀ ਜੰਗ ਕਰਵਾਈ। ਪ੍ਰਾਪੇਗੰਡਾ ਜਾਂ ਕੂੜ ਪ੍ਰਚਾਰ ਇੱਕ ਸ਼ਕਤੀਸ਼ਾਲੀ ਮਨੋਵਿਗਿਆਨਕ ਹਥਿਆਰ ਹੈ, ਜਿਸ ਦੀ ਵਰਤੋਂ ਅੱਜ ਦੇ ਯੁੱਗ ਵਿੱਚ ਖੁੱਲ੍ਹ ਕੇ ਹੁੰਦੀ ਹੈ। ਪਰ ਜੇ ਕੂੜ ਪ੍ਰਚਾਰ ਦਾ ਭੇਤ ਹੀ ਖੁੱਲ੍ਹ ਜਾਵੇ ਤਾਂ ਫਿਰ ਉਹ ਹਥਿਆਰ ਕੀ ਹੋਇਆ। ਇਸ ਸ਼੍ਰੇਣੀ ਦੇ ਅੰਦਰ ਆ ਜਾਂਦੀ ਹੈ ਇੱਕ ਮੰਨੀ ਪਰਮੰਨੀ ਕਿਤਾਬ ਐਨ ਫਰੈਂਕ ਦੀ ਡਾਇਰੀ। ਇਸ ਨੂੰ ਪਾਠਕਾਂ ਦੇ ਸਾਹਮਣੇ ਇੱਕ ਜਵਾਨ ਯਹੂਦੀ ਕੁੜੀ ਦੀ ਸੱਚਮੁੱਚ ਦੀ ਡਾਇਰੀ ਵਾਂਗ ਪੇਸ਼ ਕੀਤਾ ਗਿਆ, ਜੋ 2 ਸਾਲ ਜਰਮਨ ਨਾਜ਼ੀ ਕੈਂਪਾਂ ਅੰਦਰ ਖੱਜਲ ਖੁਆਰ ਹੋ ਕੇ ਮਰੀ। ਉਸ ਦੀ ਦਿਲ ਹਿਲਾਉਣ ਵਾਲੀ ਆਪ ਬੀਤੀ ਮੈਂ ਪਹਿਲੀ ਵਾਰ 1955 ਵਿੱਚ ਪੜ੍ਹੀ ਅਤੇ ਉਸ ਤੋਂ ਪਿੱਛੋਂ ਕਈ ਵਾਰ। ਅੱਜ ਮੇਰਾ ਪੋਤਰਾ ਦੱਸਦਾ ਹੈ ਕਿ ਐਨ ਫਰੈਂਕ ਦੀ ਕਹਾਣੀ ਉਸ ਦੀ ਪਾਠ ਪੁਸਤਕ ਅੰਦਰ ਵੀ ਹੈ। ਕੁੱਲ ਦੁਨੀਆ ਅੰਦਰ ਇਸ ਕਹਾਣੀ ਦੇ ਪੜ੍ਹੇ ਜਾਣ ਨਾਲ ਲੋਕਾਂ ਦੇ ਅੰਦਰ ਇਸ ਕਹਾਣੀ ਨੇ ਬੇਅੰਤ ਭਾਵਨਾਵਾਂ ਉਜਾਗਰ ਕੀਤੀਆਂ ਹੋਣਗੀਆਂ। 1959 ਵਿੱਚ ਸਵੀਡਨ ਦੇ ਅਖਬਾਰ ਫਰਾਇਓਓਰਡ ਦੇ 15 ਅਪ੍ਰੈਲ ਦੇ ਅੰਕ ਅੰਦਰ ਇੰਜ ਲਿਖਿਆ ਹੈ। ਇਤਿਹਾਸ ਅੰਦਰ ਬੇਅੰਤ ਉਦਾਹਰਨਾਂ ਹਨ ਕਿ ਇੱਕ ਮਿੱਥ ਸਚਾਈ ਦੇ ਟਾਕਰੇ ਵਿੱਚ ਜ਼ੋਰਦਾਰ ਅਤੇ ਲੰਮੇ ਸਮੇਂ ਤੱਕ ਚੱਲੀ ਹੈ। ਪੱਛਮੀ ਦੁਨੀਆ ਐਨ ਫਰੈਂਕ ਦੀ ਡਾਇਰੀ ਦੇ ਨਾਲ ਕਈ ਚਿਰ ਤੋਂ ਪਰਿਚਿਤ ਰਹੀ ਹੈ। ਕਿਸੇ ਵੀ ਸਾਹਿਤਕ ਘੋਖਣ ਦੇ ਨਾਲ ਪਤਾ ਲੱਗ ਜਾਂਦਾ ਹੈ ਕਿ ਅਜਿਹੀ ਕਿਤਾਬ ਇੱਕ ਅੱਲੜ ਬਾਲੜੀ ਨਹੀਂ ਲਿਖ ਸਕਦੀ। ਇਸ ਖਿਆਲ ਦੀ ਪ੍ਰੌੜਤਾ ਮਿਲਦੀ ਹੈ ਨਿਊਯਾਰਕ ਸੁਪਰੀਮ ਕੋਰਟ ਦੇ ਧਿਆਨਯੋਗ ਫੈਸਲੇ ਤੋਂ। ਇਸ ਫੈਸਲੇ ਅਨੁਸਾਰ ਜਾਣੇ ਪਛਾਣੇ ਅਮਰੀਕੀ ਲਿਖਾਰੀ ਮੇਅਰ ਲੈਵਨ ਦਾ ਹੱਕ ਬਣਦਾ ਹੈ ਕਿ ਐਨ ਫਰੈਂਕ ਦਾ ਪਿਤਾ ਉਸ ਨੂੰ ਐਨ ਫਰੈਂਕ ਦੀ ਡਾਇਰੀ ਉੱਤੇ ਕੰਮ ਕਰਨ ਬਦਲੇ $50,000 ਭਰੇ। ਸਵਿਟਜ਼ਰਲੈਂਡ ਅੰਦਰ ਓਟੋ ਫਰੈਂਕ ਨੇ ਸਿਰ ਕੱਢਵੇਂ ਯਹੂਦੀ ਲੇਖਕ ਮੇਅਰ ਲੈਵਨ ਨੂੰ ਘੱਟੋ ਘੱਟ $50,000 ਅਮਰੀਕੀ ਡਾਲਰ ਦੇਣਾ ਮੰਨਿਆ ਸੀ, ਕਿਉਂਕਿ ਓਟੋ ਨੇ ਲੈਵਨ ਦੇ ਪੂਰੇ ਕੰਮ ਨੂੰ ਪਬਲਿਸ਼ਰ ਨੂੰ ਇਹ ਕਹਿ ਕੇ ਛੁਪਵਾਇਆ ਕਿ ਲਿਖਤ ਉਸ ਦੀ ਵਿਛੜੀ ਹੋਈ ਧੀ ਐਨ ਫਰੈਂਕ ਦੀ ਸੀ। ਇਸ ਕੇਸ ਦਾ ਫਾਈਲ ਨੰਬਰ ਨਿਊਯਾਰਕ ਕਾਉਂਟੀ ਕਲਰਕ ਦੇ ਦਫ਼ਤਰ ਦਾ ਹੈ 2241 1956। ਨਿਊਯਾਰਕ ਲਾ ਜਰਨਲ ਅੰਦਰ ਇਹ ਰਿਪੋਰਟ 1960 ਵਿੱਚ ਛਪੀ ਸੀ। ਐਨ ਫਰੈਂਕ ਦੀ ਡਾਇਰੀ ਪਹਿਲੀ ਵਾਰ 1952 ਵਿੱਚ ਛਪੀ। ਇਸ ਦੀਆਂ ਬੇਅੰਤ ਐਡੀਸ਼ਨਾਂ ਛਪ ਚੁੱਕੀਆਂ ਹਨ ਅਤੇ ਕੁੱਲ ਦੁਨੀਆ ਅੰਦਰ ਇਸ ਨੇ ਬੇਅੰਤ ਹਿਰਦਿਆਂ ਨੂੰ ਟੁੰਬਿਆ ਹੈ। ਐਨ ਦਾ ਪਿਤਾ ਓਟੋ ਫਰੈਂਕ ਕਿਤਾਬ ਦੀ ਵਿਕਰੀ ਤੋਂ ਮਾਲਾ ਮਾਲ ਹੋ ਗਿਆ ਸੀ। ਸੱਚ ਕੀ ਹੈ, ਸੱਚ ਹੈ ਜਾਂ ਇੱਕ ਕੂੜ ਪ੍ਰਚਾਰ? ਐਨ ਦੇ ਪਿਤਾ ਨੇ ਤਾਂ ਮੇਅਰ ਲੈਵਨ ਦੇ ਨਾਲ ਮੁਆਮਲਾ ਕਚਹਿਰੀ ਤੋਂ ਬਾਹਰ ਹੀ ਰਫਾ ਦਫਾ ਕਰ ਲਿਆ ਸੀ। ਐਨ ਫਰੈਂਕ ਦੀ ਡਾਇਰੀ ਤੋਂ ਇਲਾਵਾ ਹੋਰ ਵੀ ਕਈ ਕਿਤਾਬਾਂ ਛਪੀਆਂ ਸਨ, ਜਿਨ੍ਹਾਂ ਅੰਦਰ ਫਰਜ਼ੀ ਕਹਾਣੀ ਨੂੰ ਸੱਚ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ। ਇੱਕ ਲੇਖਕ ਕੋਸਨਸਕੀ ਦੀ ਕਿਤਾਬ ਦਾ ਪੇਟੈਂਟ ਬਰਡ ਦਾ ਪਰਦਾਫਾਸ਼ ਹੋਣ ਪਿੱਛੋਂ ਲੇਖਕ ਨੇ ਖੁਦਕੁਸ਼ੀ ਕਰ ਲਈ। ਐਨ ਫਰੈਂਕ ਦੀ ਡਾਇਰੀ ਸਮਝਣ ਲਈ ਉਸ ਦੇ ਟੱਬਰ ਦਾ ਪਿਛੋਕੜ ਵੇਖਣਾ ਚਾਹੀਦਾ ਹੈ। ਫਰੈਂਕ ਟੱਬਰ ਉੱਚੇ ਜਰਮਨ ਯਹੂਦੀ ਘਰਾਣਿਆਂ ਵਿੱਚੋਂ ਸੀ। ਐਨ ਦੇ ਪਿਤਾ ਦੀ ਪੜ੍ਹਾਈ ਬੜੇ ਉੱਚੇ ਸਕੂਲਾਂ ਅਤੇ ਯੂਨੀਵਰਸਿਟੀ ਵਿੱਚ ਹੋਈ।
1909 ਵਿੱਚ 20 ਸਾਲਾ ਓਟੋ ਫਰੈਂਕ ਨਿਊਯਾਰਕ ਗਿਆ, ਜਿੱਥੇ ਮਸ਼ਹੂਰ ਓਪਨ ਹੀਅਰ ਖਾਨਦਾਨ ਅੰਦਰ ਰਿਹਾ। 1925 ਵਿੱਚ ਐਨ ਦੇ ਮਾਤਾ-ਪਿਤਾ ਵਿਆਹੇ ਗਏ ਅਤੇ ਉਹਨਾਂ ਆਪਣਾ ਟਿਕਾਣਾ ਫਰੈਂਕਫਰਟ ਜਰਮਨੀ ਵਿੱਚ ਬਣਾਇਆ। ਫਰੈਂਕ ਟੱਬਰ ਵਪਾਰੀ ਸੀ, ਬੈਂਕ ਚਲਾਉਂਦਾ ਸੀ ਤੇ ਖੰਘ ਦੀ ਦਵਾਈ ਬਣਾਉਂਦਾ ਸੀ। ਐਨ 1929 ਵਿੱਚ ਪੈਦਾ ਹੋਈ। 1934 ਵਿੱਚ ਓਟੋ ਫਰੈਂਕ ਟੱਬਰ ਹਾਲੈਂਡ ਚਲਾ ਗਿਆ, ਜਿੱਥੇ ਉਸ ਨੇ ਮਸਾਲਿਆਂ ਦਾ ਕੰਮ ਸ਼ੁਰੂ ਕੀਤਾ। ਉਸ ਨੇ ਪੈਕਟੀਨ ਬਣਾਈ, ਜਿਸ ਦੇ ਨਾਲ ਖਾਣ ਵਾਲੀ ਜੈਲੀ ਬਣਦੀ ਹੈ। 1940 ਵਿੱਚ ਜਰਮਨੀ ਨੇ ਹਾਲੈਂਡ ਉੱਤੇ ਕਬਜ਼ਾ ਕਰ ਲਿਆ। ਓਟੋ ਦੇ ਕਈ ਰਿਸ਼ਤੇਦਾਰ ਸਵਿਟਜ਼ਰਲੈਂਡ ਚਲੇ ਗਏ, ਪਰ ਉਹ ਐਮਸਟਰਡਮ ਡਟਿਆ ਰਿਹਾ। ਉਸ ਦੀ ਕੰਪਨੀ 1939 ਤੋਂ 1944 ਤੱਕ ਜਰਮਨ ਫੌਜ ਨੂੰ ਮਸਾਲਾ ਅਤੇ ਪੈਕਟੀਨ ਦਿੰਦੀ ਰਹੀ। ਪੈਕਟੀਨ ਬੇਅੰਤ ਕੰਮ ਆਉਂਦੀ ਸੀ, ਦਵਾਈ ਤੋਂ ਲੈ ਕੇ ਬੰਬ ਬਣਾਉਣ ਤੱਕ। ਡੱਚ ਲੋਕਾਂ ਦੀਆਂ ਨਜ਼ਰਾਂ ਵਿੱਚ ਉਹ ਨਾਜ਼ੀਆਂ ਦਾ ਸਾਥੀ ਸੀ। 6 ਜੁਲਾਈ 1939 ਨੂੰ ਉਹ ਆਪਣਾ ਟੱਬਰ ਇੱਕ ਖੁਫੀਆ ਐਨੈਕਸੀ ਵਿੱਚ ਲੈ ਗਿਆ। ਇਹ ਇੱਕ 3 ਮੰਜ਼ਲਾ ਵੱਡਿਆਂ ਸ਼ੀਸ਼ਿਆਂ ਵਾਲਾ ਸ਼ਹਿਰੀ ਘਰ ਸੀ, 50 ਹੋਰ ਅਜਿਹੇ ਘਰਾਂ ਦੇ ਵਾਂਗ, ਜਿਨ੍ਹਾਂ ਦਾ ਇੱਕ ਸਾਂਝਾ ਬਗੀਚਾ ਪਾਰਕ ਸੀ। ਕਹਿਣ ਨੂੰ ਤਾਂ ਓਟੋ ਇੱਥੇ ਲੁਕਿਆ ਹੋਇਆ ਸੀ, ਪਰ ਉਸਦਾ ਕਾਰੋਬਾਰ ਤਾਂ ਇੱਥੋਂ ਹੀ ਚੱਲਦਾ ਸੀ। ਪੌੜੀਆਂ ਉਤਰ ਕੇ ਆਪਣੇ ਦਫ਼ਤਰ ਜਾਣਾ, ਰਾਤਾਂ ਨੂੰ ਅਤੇ ਛੁੱਟੀ ਵਾਲੇ ਦਿਨ ਵੀ। ਐਨ ਅਤੇ ਹੋਰ ਵੀ ਕਈ ਮਿੱਤਰ ਉਹਦੇ ਨਾਲ ਦਫ਼ਤਰ ਜਾਂਦੇ ਸਨ, ਜਿੱਥੇ ਉਹ ਲੰਡਨ ਰੇਡੀਓ ਨੂੰ ਸੁਣਦੇ ਸਨ। ਇੱਥੋਂ ਸ਼ੁਰੂ ਹੁੰਦੀ ਹੈ ਡਾਇਰੀ ਦੀ ਗੱਲ। ਓਟੋ ਕਹਿੰਦਾ ਹੈ ਕਿ 13 ਸਾਲਾਂ ਦੀ ਐਨ ਨੇ ਰੇਡੀਓ ਤੋਂ ਸੁਣਿਆ ਕਿ ਆਪਣੀ ਡਾਇਰੀ ਲਿਖੋ, ਜੋ ਅਸੀਂ ਜੰਗ ਪਿੱਛੋਂ ਛਾਪਾਂਗੇ। ਐਨ 12 ਜੂਨ 1942 ਤੋਂ ਦਸੰਬਰ 5, 1942 ਤੱਕ ਡਾਇਰੀ ਲਿਖਦੀ ਰਹੀ। ਪਾਪਾ ਦੇ ਕਹਿਣ ਮੁਤਾਬਕ ਉਸਨੇ ਨਿੱਜੀ ਕਾਗਜ਼ ਤੇ ਚਿੱਠੀਆਂ ਵੀ ਰਲਾਈਆਂ। ਕਿਤਾਬ ਦਾ ਆਕਾਰ ਸੀ 6 ਇੰਚ ਬਾਏ 4 ਬਾਏ 1/4 ਇੰਚ। ਉਹ ਕਹਿੰਦਾ ਹੈ ਕਿ ਡਾਇਰੀ ਨੂੰ 1944 ਵਿੱਚ ਨਵੇਂ ਸਿਰਿਓਂ ਲਿਖਿਆ ਗਿਆ। 1944 ਵਿੱਚ ਹਾਲੈਂਡ ਅੰਦਰ ਜਰਮਨ ਸ਼ਾਸਕ ਨੇ ਓਟੋ ਫਰੈਂਕ ਉੱਤੇ ਫੌਜੀ ਠੇਕਿਆਂ ਵਿੱਚ ਭਾਰੀ ਹੇਰਾਫੇਰੀ ਦਾ ਦੋਸ਼ ਲਾਇਆ। ਉਸ ਦੇ ਘਰ ਅਤੇ ਪੜਛੱਤੀ ਐਟਕ ਵਿੱਚੋਂ 8 ਯਹੂਦੀ ਫੜ ਕੇ ਜਬਰੀ ਕੰਮਾਂ ਵਾਲੇ ਕੈਂਪਾਂ ਵਿੱਚ ਭੇਜ ਦਿੱਤੇ ਗਏ। ਓਟੋ ਨੂੰ ਮਹਾਂ ਬਦਨਾਮ ਆਸਵਿਜ਼ ਕੈਂਪ ਵਿੱਚ ਭੇਜਿਆ ਗਿਆ। ਐਨ, ਉਸ ਦੀ ਭੈਣ ਮਾਗਾਟ ਅਤੇ ਮਾਂ ਕਿਸੇ ਹੋਰ ਕੈਂਪ ਵਿੱਚ ਭੇਜੀਆਂ ਗਈਆਂ, ਜਿੱਥੇ ਉਹ ਟਾਈਫਸ ਰੋਗ ਨਾਲ ਮਰ ਗਈਆਂ। 1945 ਵਿੱਚ ਓਟੋ ਜਰਮਨਾਂ ਤੋਂ ਛੁੱਟ ਕੇ ਐਮਸਟਰਡ ਆਇਆ, ਜਿੱਥੇ ਉਹ ਕਹਿੰਦਾ ਹੈ ਕਿ ਐਨ ਦੀ ਡਾਇਰੀ ਸ਼ਤੀਰੀਆਂ ਅੰਦਰ ਲੁਕਾਈ ਹੋਈ ਲੱਭੀ। ਇੱਕ ਹੋਰ ਵਿਥਿਆ ਇਹ ਵੀ ਹੈ ਕਿ ਇੱਕ ਡੱਚ ਦੋਸਤ ਮੀਪਗੀਸ ਕੋਲ ਐਨ ਦੇ ਕਾਗਜ਼ ਸਨ, ਜਿਹੜੇ ਉਸਨੇ ਉਦੋਂ ਫਰੈਂਕ ਨੂੰ ਦੇ ਦਿੱਤੇ। ਓਟੋ ਕਹਿੰਦਾ ਹੈ ਕਿ ਉਸ ਨੇ ਐਨ ਦੀਆਂ ਚਿੱਠੀਆਂ ਅਤੇ ਟੂਕਾਂ ਨੋਟਸ ਸੋਧ ਕੇ ਆਪਣੀ ਸੈਕਟਰੀ ਈਸਾ ਕੈਵਰਨ ਨੂੰ ਦਿੱਤੇ। ਈਸਾ ਅਤੇ ਉਸ ਦੇ ਪਤੀ ਐਲਬਰਟ ਨੇ ਪਹਿਲੀ ਡਾਇਰੀ ਤਿਆਰ ਕੀਤੀ। ਕਈ ਪਬਲਿਸ਼ਰਾਂ ਨੇ ਸਵਾਲ ਕੀਤਾ ਕਿ ਉਹਨਾਂ ਨੇ ਐਨ ਦੀ ਆਪਣੀ ਲਿਖਤ ਨੂੰ ਵਰਤਿਆ ਹੈ ਜਾਂ ਉਹਨਾਂ ਨੇ ਓਟੋ ਫਰੈਂਕ ਦੇ ਲਿਖਾਏ ਹੋਏ ਖਰੜਿਆਂ ਨੂੰ ਵਰਤਿਆ ਹੈ। ਮੇਅਰ ਲੈਵਨ ਨੇ ਤੀਜੀ ਅਤੇ ਆਖਰੀ ਐਡੀਸ਼ਨ ਲਿਖੀ। ਲੈਵਨ ਇੱਕ ਲੇਖਕ ਅਤੇ ਪੱਤਰਕਾਰ ਸੀ, ਜੋ ਓਟੋ ਨੂੰ ਫਰਾਂਸ ਵਿੱਚ 1949 ਦੇ ਨੇੜੇ ਮਿਲਿਆ ਸੀ। 1905 ਦਾ ਜੰਮਿਆ ਲੈਵਨ ਉਦੋਂ ਤੱਕ ਕਈ ਕਾਮਯਾਬ ਕਿਤਾਬਾਂ ਛਾਪ ਚੁੱਕਿਆ ਸੀ। ਲੈਵਨ ਨੇ $50,000 ਤਾਂ ਹਾਸਲ ਕਰ ਲਏ, ਪਰ ਐਨ ਫਰੈਂਕ ਦੀ ਡਾਇਰੀ ਨੂੰ ਡਰਾਮੇ ਪਲੇ ਦੇ ਰੂਪ ਵੇਚਣ ਦੇ ਸੁਨਹਿਰੀ ਸੁਪਨੇ ਪੂਰੇ ਨਹੀਂ ਕਰ ਸਕਿਆ। ਉਹ 1981 ਵਿੱਚ ਗੁਜ਼ਰ ਗਿਆ। 1980 ਵਿੱਚ 2 ਜਰਮਨਾਂ, ਰੋਮਨ ਅਤੇ ਗਾਇਸ ਨੇ ਐਨ ਦੀ ਡਾਇਰੀ ਨੂੰ ਇੱਕ ਠੱਗੀ ਫਰੇਬ ਕਹਿ ਕੇ ਲਿਖਤ ਰੂਪ ਵਿੱਚ ਭੰਡਣਾ ਸ਼ੁਰੂ ਕੀਤਾ। ਓਟੋ ਉਹਨਾਂ ਨੂੰ ਕਚਹਿਰੀ ਵਿੱਚ ਧੂ ਲਿਆਇਆ। ਮੁਕੱਦਮੇ ਦੀ ਕਾਰਵਾਈ ਵਿੱਚ ਹੱਥ ਲਿਖਤ ਮਾਹਿਰ ਨੇ ਦੱਸਿਆ ਕਿ ਡਾਇਰੀ ਵਿੱਚ ਜੋ ਵੀ ਲਿਖਿਆ ਸੀ, ਇੱਕੋ ਹੀ ਸ਼ਖਸ ਦੀ ਲਿਖਤ ਸੀ। 324 ਖੁੱਲ੍ਹੇ ਪੱਤਰੇ ਕਾਨੂੰਨੀ ਮਾਹਰਾਂ ਨੇ ਜਾਂਚੇ। ਉਹਨਾਂ ਨੇ ਇਹ ਸਿੱਟਾ ਕੱਢਿਆ ਕਿ ਲਿਖਤ ਦਾ ਚੋਖਾ ਹਿੱਸਾ, ਖਾਸ ਕਰ ਚੌਥੀ ਜਿਲਦ, ਬਾਲ ਪੁਆਇੰਟ ਪੈਨ ਨਾਲ ਲਿਖੀ ਹੋਈ ਸੀ, ਕਿਉਂਕਿ ਬਾਲ ਪੁਆਇੰਟ ਪੈਨ 1951 ਵਿੱਚ ਹੋਂਦ ਵਿੱਚ ਆਏ ਸਨ। ਇਸ ਲਈ ਇਹ ਲਿਖਤ
1944 ਵਿੱਚ ਮਰਨ ਵਾਲੀ ਐਨ ਫਰੈਂਕ ਦੀ ਨਹੀਂ ਸੀ ਹੋ ਸਕਦੀ। ਅਖੀਰ ਉੱਤੇ ਜਰਮਨ ਜੁਰਮ ਖੋਜ ਵਿਭਾਗ ਨੇ ਇਹ ਵੀ ਲੱਭ ਲਿਆ ਕਿ ਕਿਤਾਬ ਦੇ ਖਰੜੇ ਦੀ ਲਿਖਤ ਕਿਸੇ ਵੀ ਐਨ ਫਰੈਂਕ ਦੀ ਜਾਣੀ ਹੋਈ ਲਿਖਤ ਨਾਲ ਮੇਲ ਨਹੀਂ ਸੀ ਖਾਂਦੀ। ਜਰਮਨ ਅਖਬਾਰ ਦਾ ਸਪੀਗਲ ਨੇ ਕੁੱਲ ਕਹਾਣੀ ਦਾ ਸੰਖੇਪ ਇੰਜ ਕੀਤਾ। ਨੰਬਰ 1, ਕੁਝ ਐਡੀਟਿੰਗ 1951 ਤੋਂ ਪਿੱਛੋਂ ਦੀ ਸੀ। ਨੰਬਰ 2, ਕੁੱਲ ਲਿਖਾਈ ਇੱਕੋ ਹੱਥ ਦੀ ਸੀ। ਨੰਬਰ 3, ਪੂਰੀ ਡਾਇਰੀ ਨਕਲੀ ਸੀ। ਯਹੂਦੀ ਸਮਾਜ ਦੇ ਭਾਰੀ ਦਬਾਅ ਹੇਠ ਜਰਮਨ ਖੋਜ ਵਿਭਾਗ ਦੀ ਰਿਪੋਰਟ ਐਡਿਟ ਕਰਨ ਲਈ ਦੱਬ ਲਈ ਗਈ, ਪਰ ਪਿੱਛੋਂ ਕਿਸੇ ਗਲਤੀ ਨਾਲ ਅਮਰੀਕਾ ਅੰਦਰ ਕੰਮ ਕਰਦੇ ਖੋਜੀਆਂ ਲਈ ਛੱਡ ਦਿੱਤੀ ਗਈ। ਨਤੀਜਾ ਇਹ ਕਿ ਘੁੰਮਦੀ ਘੁਮਾਉਂਦੀ ਕੁੱਲ ਕਹਾਣੀ ਸਾਡੇ ਕੋਲ ਵੀ ਆ ਗਈ। ਕਿਤਾਬ ਸੱਚ ਦੀ ਭਾਲ ਵਿੱਚ ਭਾਗ 7ਵਾਂ, ਲੇਖਕ ਡਾਕਟਰ ਦਲਜੀਤ ਸਿੰਘ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।